ਪਾਵਨ ਸ਼੍ਰੀ ਗੁਰੂ ਬਾਣੀ ਦਾ ਜਿਹੜਾ ਮਾਰਗ ਹੈ, ਉਹ ਮਾਰਗ ਹੈ ਸਹਿਜ ਦਾ। ਇਸ ਨੂੰ ਸਹਿਜ ਮਾਰਗ ਵੀ ਆਖਿਆ ਜਾਂਦਾ ਹੈ। ਕਈ ਤਰ੍ਹਾਂ ਦੇ ਮਾਰਗ ਦੱਸੇ ਗਏ ਹਨ। ਜਿਸ ਤਰ੍ਹਾਂ ਇੱਕ ਕਰਮ ਯੋਗ ਮੰਨਿਆ ਗਿਆ ਹੈ, ਇੱਕ ਹਠ ਯੋਗ, ਇੱਕ ਤਾਂਤਰਿਕ ਯੋਗ ਮੰਨਿਆ ਗਿਆ, ਇੱਕ ਗਿਆਨ ਯੋਗ, ਇੱਕ ਧਿਆਨ ਯੋਗ, ਇੱਕ ਸਾਂਖ ਯੋਗ। ਗੁਰੂ ਨਾਨਕ ਸਾਹਿਬ ਨੇ ਜਿਹੜਾ ਯੋਗ ਅਪਣਾਇਆ ਹੈ, ਉਹਦਾ ਨਾਮ ਹੈ ਸੁਰਤ ਮਾਰਗ ਯੋਗ। ਇਸ ਨੂੰ ਸਹਿਜ ਯੋਗ ਵੀ ਆਖਿਆ ਗਿਆ। ਇਹ ਸਾਰਿਆਂ ਨਾਲੋਂ ਅਲੱਗ ਹੈ। ਸਹਿਜ ਯੋਗ, ਸਹਿਜ ਯੋਗ ਇਸ ਕਰਕੇ ਆਖਿਆ ਗਿਆ, ਇਹ ਜਿਹੜਾ ਮਾਰਗ ਗੁਰੂ ਨਾਨਕ ਸਾਹਿਬ ਨੇ ਬਣਾਇਆ ਹੈ, ਇਹ ਸੁਰਤ ਅਤੇ ਸ਼ਬਦ ਦਾ ਮਾਰਗ ਹੈ। ਸੁਰਤ ਸ਼ਬਦ ਯੋਗ ਮਾਰਗ। ਇਹਦੇ ਵਿੱਚ ਕੋਈ ਹੱਠ ਕਰਨ ਦੀ ਲੋੜ ਨਹੀਂ ਤੇ ਨਾ ਹੀ ਤਾਂਤਰਿਕ ਵਿਦਿਆ ਹਾਸਲ ਕਰਨ ਦੀ ਲੋੜ ਹੈ। ਜਿਹੜੇ ਤਾਂਤਰਿਕ ਲੋਕ ਹਨ, ਮੜੀਆਂ ਦੇ ਵਿੱਚ ਬੈਠ ਕੇ ਮਸਾਣੀ ਦੀ ਪੂਜਾ ਕਰਕੇ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ, ਉਹਨਾਂ ਦਾ ਜਾਂ ਸਹੀ ਜਾਂ ਗਲਤ ਇਸਤੇਮਾਲ ਕਰਦੇ ਹਨ ਤੇ ਮੁੱਖ ਰੱਖਦੇ ਹਨ ਪਰਮੇਸ਼ਰ ਨੂੰ। ਪਰਮੇਸ਼ਰ ਨੂੰ ਮੁੱਖ ਰੱਖਦੇ ਹਨ। ਪਰ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ ਤੇ ਹੱਠ ਕਰਨਾ ਹੈ, ਇੱਕ ਹੱਠ ਯੋਗ ਹੈ। ਹੱਠ ਯੋਗ ਆਖਦੇ ਹਨ ਜਿਸ ਤਰ੍ਹਾਂ ਅੱਗ ਦੀ ਧੂਣੀ ਬਾਲ ਕੇ ਬੈਠ ਜਾਣਾ, ਭਾਵੇਂ ਜਿੰਨੀ ਮਰਜ਼ੀ ਗਰਮੀ ਹੋਵੇ, ਅੱਗ ਦੇ ਨੇੜੇ ਬੈਠ ਕੇ ਭਗਤੀ ਕਰਨੀ ਹੈ। ਤੇ ਜੇ ਸਿਆਲ ਆ ਗਿਆ, ਠੰਡ ਆ ਗਈ, ਠੰਡ ਦੇ ਦਿਨਾਂ ਵਿੱਚ ਠੰਡੇ ਪਾਣੀ ਦੇ ਵਿੱਚ ਖੜੇ ਹੋ ਕੇ ਭਗਤੀ ਕਰਨੀ। ਠੰਡੇ ਪਾਣੀ ਦੇ ਵਿੱਚ ਕੱਲਾ ਇਤਨਾ ਨਹੀਂ, ਲੱਕੜਾਂ ਨੂੰ ਬਾਲ ਕੇ ਉਹਨਾਂ ਦੇ ਕੋਲੇ ਬਣਾ ਕੇ, ਕੋਲੇ ਗਰਮ ਗਰਮ ਕੋਲੇ ਬਣਾ ਕੇ ਧਰਤੀ ਦੇ ਵਿਛਾ ਕੇ ਉਹਨਾਂ ਦੇ ਉੱਪਰ ਚੱਲਣਾ, ਲੰਮੇ ਪੈ ਜਾਣਾ, ਜਾਂ ਫਿਰ ਕੰਢਿਆਂ ਦੀ ਸੇਜ ਵਿਛਾ ਕੇ, ਕੰਢਿਆਂ ਦੀ ਸੂਲਾਂ ਦੀ ਸੇਜ ਵਿਛਾ ਕੇ ਉਹਦੇ ਉੱਪਰ ਲੰਮੇ ਪੈ ਕੇ ਭਗਤੀ ਕਰਨੀ। ਪਰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇਹਦੀ ਨਿਖੇਧੀ ਕੀਤੀ ਹੈ। ਸਤਿਗੁਰੂ ਆਖਦੇ ਹਨ, ਨਿਮਖ ਨਿਮਖ ਕਰ ਸ੍ਰੀ ਕਟਾਵੈ, ਤੋ ਭੀ ਹਉਮੈ ਮੈਲ ਨਾ ਜਾਵੈ। ਸਰੀਰ ਨੂੰ ਭਾਵੇਂ ਕੱਟ ਦਵੋ, ਪੋਟਾ ਪੋਟਾ ਇਹਦਾ ਕੱਟ ਦਵੋ ਸਰੀਰ ਦਾ, ਭਾਵੇਂ ਇਹਨੂੰ ਅੱਗ ਵਿੱਚ ਸਾੜ ਦਵੋ, ਭਾਵੇਂ ਠੰਡੇ ਪਾਣੀ ਵਿੱਚ ਖੜੇ ਹੋ ਕੇ ਭਗਤੀ ਕਰੋ, ਭਾਵੇਂ ਸਰੀਰ ਨੂੰ ਜਿੰਨਾ ਮਰਜ਼ੀ ਦੁੱਖ ਦਵੋ, ਭਾਵੇਂ ਇਹਨੂੰ ਇੱਕਦਮ ਸਾਫ ਸੁਥਰਾ ਰੱਖੋ, ਜਿੰਨਾ ਮਰਜ਼ੀ ਸਾਫ ਸੁਥਰਾ ਰੱਖੋ। ਜਲ ਧੋਵੈ ਬੋ ਦੇਹ ਅਨੀਤ, ਸੁਧ ਕਾਂ ਹੋਏ ਕਾਚੀ ਭੀਤ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਭਾਵੇਂ ਲੱਖ ਵਾਰ ਸੁੱਚਾ ਰੱਖੋ ਸਰੀਰ ਨੂੰ। ਇਹ ਸਾਰਾ ਕੁਝ ਹੱਠ ਯੋਗ ਹੈ। ਸਰੀਰ ਦੇ ਨਾਲ ਹੱਠ ਕਰਾਂਗੇ, ਸਰੀਰ ਨੂੰ ਦੁੱਖ ਦੇਵਾਂਗੇ ਜਾਂ ਇਹਦੀ ਸੁਚਮਤਾ ਰੱਖਾਂਗੇ, ਇਹਦੇ ਨਾਲ ਹਉਮੈ ਦੀ ਮੈਲ ਦੂਰ ਨਹੀਂ ਹੋਵੇਗੀ। ਕਿਉਂਕਿ ਸਾਡੇ ਵਿੱਚ ਤੇ ਈਸ਼ਵਰ ਦੇ ਵਿੱਚ ਤੇ ਹਉਮੈ ਦਾ ਪਰਦਾ ਹੀ ਹੈ ਨਾ। ਹਉਮੈ ਦੀ ਦੀਵਾਰ ਖੜੀ ਹੈ ਦੋਵਾਂ ਦੇ ਵਿਚਕਾਰ। ਹੈ ਦੋਵੇਂ ਇੱਕੋ ਘਰ ਵਿੱਚ ਵਸਦੇ ਹਨ। ਆਤਮਾ ਤੇ ਪਰਮਾਤਮਾ ਦੋਵੇਂ ਇੱਕੋ ਘਰ ਵਿੱਚ ਬੈਠੇ ਹਨ ਸਰੀਰ ਦੇ ਵਿੱਚ, ਪਰ ਦੋਵਾਂ ਦੇ ਵਿਚਕਾਰ ਇੱਕ ਪਰਦਾ ਹੈ ਹਉਮੈ ਵਾਲਾ। ਤੇ ਅਸੀਂ ਕੀ ਕਰਦੇ ਹਾਂ ਕਿ ਹਉਮੈ ਦਾ ਪਰਦਾ ਦੂਰ ਕਰਨ ਵਾਸਤੇ ਸਰੀਰ ਨੂੰ ਦੁੱਖ ਦਿੰਦੇ ਹਾਂ। ਕਦੇ ਕੰਢਿਆਂ 'ਤੇ ਬੈਠ ਗਏ, ਕਦੀ ਅੱਗ 'ਤੇ ਲੰਮੇ ਪੈ ਗਏ, ਕਦੀ ਠੰਡ ਦੇ ਦਿਨਾਂ ਵਿੱਚ
ਅਸੀਂ ਨਹਾਤੇ, ਠੰਡੇ ਪਾਣੀ ਵਿੱਚ ਖੜੇ ਹੋ ਕੇ ਤਪ ਕੀਤਾ, ਕਦੇ ਸਰੀਰ ਨੂੰ ਪੋਟਾ ਪੋਟਾ ਕੱਟ ਦਿੱਤਾ। ਨਿਮਖ ਨਿਮਖ ਕਰ ਸ੍ਰੀ ਕਟਾਵੇ, ਤਉ ਭੀ ਹਉਮੈ ਮੈਲ ਨਾ ਜਾਵੇ। ਇਸ ਢੰਗ ਨਾਲ ਨਹੀਂ ਜੇ ਮਿਲਣ ਵਾਲਾ, ਨਹੀਂ ਮਿਲੇਗਾ। ਫਿਰ ਮਿਲੇਗਾ ਕਿਸ ਤਰ੍ਹਾਂ? ਆਸਾਨ ਮਾਰਗ ਦੱਸਿਆ, ਬਿਲਕੁਲ ਆਸਾਨ ਮਾਰਗ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਪ੍ਰਭ ਪਾਈਐ, ਸਤਿਗੁਰ ਕੇ ਉਪਦੇਸ਼। ਘਰ ਬੈਠ ਕੇ ਹੀ ਮਿਲ ਜਾਵੇਗਾ। ਘਰ ਬੈਠ ਕੇ, ਉਹ ਕਿਸ ਤਰ੍ਹਾਂ? ਘਰ ਬੈਠ ਕੇ ਜੇ ਗੁਰੂ ਦੇ ਉਪਦੇਸ਼ ਨੂੰ ਸੁਣੀਏ, ਪੜ੍ਹੀਏ, ਇਹਦੀ ਕਮਾਈ ਕਰੀਏ। ਗੁਰੂ ਦੇ ਉਪਦੇਸ਼ ਨੂੰ ਪੜ੍ਹੀਏ, ਸੁਣੀਏ, ਇਹਦੀ ਕਮਾਈ ਕਰੀਏ ਤੇ ਪਾਵਨ ਉਪਦੇਸ਼ ਦੀ ਕਮਾਈ ਕਰਦਿਆਂ ਕਰਦਿਆਂ, ਸਤਿਗੁਰ ਦੇ ਬਚਨਾਂ ਨੂੰ ਪੜ੍ਹਦਿਆਂ ਸੁਣਦਿਆਂ, ਕਮਾਈ ਕਰਦਿਆਂ ਹਉਮੈ ਦਾ ਪਰਦਾ ਇੱਕ ਪਾਸੇ ਹੋ ਜਾਵੇਗਾ। ਤੇ ਜੋ ਘਰ ਦਾ ਮਾਲਕ ਹੈ, ਜੋ ਸਾਡੇ ਘਰ ਵਿੱਚ ਹੀ ਬੈਠਾ ਹੈ, ਉਹ ਮਿਲ ਜਾਵੇਗਾ। ਮਿਲਣਾ ਤੇ ਉਹਨੂੰ ਹੈ ਨਾ, ਮਾਲਕ ਨੂੰ। ਮਿਲਣਾ ਤੇ ਮਾਲਕ ਨੂੰ ਹੈ, ਤੇ ਰਹਿੰਦਾ ਵੀ ਸਾਡੇ ਘਰ ਦੇ ਵਿੱਚ ਹੀ ਹੈ, ਪਰ ਨਜ਼ਰ ਨਹੀਂ ਆਉਂਦਾ ਕਿਉਂਕਿ ਵਿੱਚ ਪੜਦਾ ਹੈ ਹਉਮੈ ਦਾ। ਤੇ ਹਉਮੈ ਦਾ ਪਰਦਾ ਦੂਰ ਕਰਨ ਵਾਸਤੇ ਸਰੀਰ ਨੂੰ ਦੁੱਖ ਦੇਣ ਦੀ ਕੀ ਲੋੜ ਹੈ? ਕੋਈ ਲੋੜ ਨਹੀਂ। ਗੁਰੂ ਨਾਨਕ ਦੇ ਪਿੱਛੇ ਚੱਲ ਪਾਓ, ਹਉਮੈ ਦਾ ਪਰਦਾ ਦੂਰ ਹੋ ਜਾਵੇਗਾ। ਗੁਰੂ ਨਾਨਕ ਆਖਦਾ, ਤੁਸੀਂ ਆਪਣੀ ਸੁਰਤੀ ਨੂੰ ਸ਼ਬਦ ਨਾਲ ਜੋੜਨਾ ਹੈ। ਜੇ ਹਉਮੈ ਦਾ ਪਰਦਾ ਕੋਈ ਦੂਰ ਕਰ ਸਕਦਾ ਹੈ, ਜੇ ਸਾਨੂੰ ਕੋਈ ਉਸ ਈਸ਼ਵਰ ਨਾਲ, ਪਰਮੇਸ਼ਰ ਨਾਲ ਮਿਲਾ ਸਕਦਾ ਹੈ, ਇੰਨੀ ਤਾਕਤ ਸਿਰਫ ਸ਼ਬਦ ਦੇ ਵਿੱਚ ਹੀ ਹੈ। ਸ਼ਬਦ ਦੇ ਵਿੱਚ ਇੰਨੀ ਤਾਕਤ ਨਾਮ ਦੇ ਵਿੱਚ ਹੈ। ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਪਰਮਾਤਮਾ ਦੇ ਨਾਲ ਨਹੀਂ ਮਿਲਾ ਸਕਦੀ। ਇੱਕੋ ਹੀ ਤਾਕਤ ਵਰਤਦੀ ਹੈ, ਇੱਕੋ ਹੀ ਤਾਕਤ ਹੈ ਜਿਨ੍ਹੇ ਤੁਹਾਨੂੰ ਉਸ ਈਸ਼ਵਰ ਨਾਲ ਮਿਲਾਉਣਾ ਹੈ। ਉਸ ਤਾਕਤ ਦਾ ਨਾਮ ਹੈ ਓਅੰਕਾਰ। ਨਾਮ ਇੱਕ ਓਅੰਕਾਰ, ਸਤ ਨਾਮ। ਸੱਚੇ ਨਾਮ ਨੇ ਤੁਹਾਨੂੰ ਮਿਲਾਉਣਾ ਹੈ, ਸੱਚੇ ਨਾਮ ਨੇ। ਤੇ ਸੱਚੇ ਨਾਮ ਦੇ ਨਾਲ ਅਸੀਂ ਸੁਰਤ ਕਰਕੇ ਜੁੜਨਾ ਹੈ। ਸੁਰਤ ਕਰਕੇ ਸਰੀਰ ਦਾ ਆਸਰਾ ਲੈਣਾ ਹੈ। ਸਰੀਰ ਦਾ ਆਸਰਾ, ਸਰੀਰ ਦੀ ਸਹਾਇਤਾ ਲਾ ਕੇ ਤੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ, ਓਅੰਕਾਰ ਦੇ ਨਾਲ। ਤੇ ਇਹਨੂੰ ਸਹਿਜ ਯੋਗ ਆਖਿਆ ਜਾਂਦਾ ਹੈ। ਸਹਿਜ ਯੋਗ। ਜਦੋਂ ਅਸੀਂ ਸਹਿਜ ਯੋਗ ਅਪਣਾ ਲਵਾਂਗੇ, ਸਹਿਜ ਯੋਗ ਜਦੋਂ ਅਪਣਾ ਲਵਾਂਗੇ, ਸੁਰਤ ਸ਼ਬਦ ਮਾਰਗ ਤੇ ਤੁਰ ਪਾਵਾਂਗੇ, ਤੇ ਹਉਮੈ ਦਾ ਪਰਦਾ ਇੱਕ ਪਾਸੇ ਹੋ ਜਾਵੇਗਾ। ਇਹ ਕੱਚੀ ਕੰਧ ਹੈ, ਇਹਨੂੰ ਝੂਠੀ ਕੰਧ ਵੀ ਆਖਿਆ ਗਿਆ, ਕੱਚੀ ਕੰਧ ਵੀ ਆਖਿਆ ਗਿਆ। ਇੱਕ ਪਾਸੇ ਹੋ ਜਾਵੇਗੀ, ਇੱਕ ਪਾਸੇ। ਜਦੋਂ ਇੱਕ ਪਾਸੇ ਹੋ ਜਾਵੇਗੀ ਤੇ ਘਰ ਦਾ ਮਾਲਕ ਤੇ ਫਿਰ ਘਰ ਹੀ ਮਿਲ ਜਾਵੇਗਾ ਨਾ। ਇਸ ਲਈ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਹੜਾ ਯੋਗ ਦਿੱਤਾ ਹੈ, ਇੱਕਦਮ ਆਸਾਨ 8 ਤਰ੍ਹਾਂ ਦੇ ਯੋਗ ਆਪਾਂ ਗਿਣੇ ਹਨ। ਫਿਰ ਗਿਣ ਦਈਏ। ਇੱਕ ਕਰਮ ਯੋਗ, ਇਹ ਵੀ ਸਾਡੇ ਕੰਮ ਦਾ ਹੈ। ਇੱਕ ਹੱਠ ਯੋਗ, ਇਹ ਸਾਡੇ ਕੰਮ ਦਾ ਨਹੀਂ। ਕਰਮ ਯੋਗ, ਹੱਠ ਯੋਗ, ਤਾਂਤਰਿਕ ਯੋਗ, ਗਿਆਨ ਯੋਗ, ਧਿਆਨ ਯੋਗ, ਸਾਂਖ ਯੋਗ, ਭਗਤੀ ਯੋਗ ਅਤੇ ਸਹਿਜ ਯੋਗ, ਇਹ 8 ਯੋਗ ਹਨ। ਇਹਨਾਂ ਵਿੱਚੋਂ ਸਾਡੇ ਕੰਮ ਦੇ ਹਨ ਇੱਕ ਕਰਮ ਯੋਗ, ਦੂਜਾ ਗਿਆਨ ਯੋਗ, ਇੱਕ ਭਗਤੀ ਯੋਗ ਤੇ ਇੱਕ ਸਹਿਜ ਯੋਗ। ਗਿਆਨ ਯੋਗ, ਧਿਆਨ ਯੋਗ, ਇਹ ਸਾਡੇ ਕੰਮ ਦੇ ਹਨ। ਇਹਨਾਂ ਦੀ ਸਾਨੂੰ ਜ਼ਰੂਰਤ ਹੈ। ਕਰਮ ਯੋਗ ਦੀ ਵੀ ਸਾਨੂੰ ਲੋੜ ਹੈ, ਗਿਆਨ ਯੋਗ ਦੀ ਵੀ ਲੋੜ ਹੈ, ਧਿਆਨ ਯੋਗ ਦੀ ਵੀ ਲੋੜ ਹੈ ਸਾਨੂੰ, ਭਗਤੀ ਯੋਗ ਦੀ ਵੀ ਲੋੜ ਹੈ, ਸਹਿਜ ਯੋਗ ਦੀ ਵੀ ਲੋੜ ਹੈ।
ਨਾ ਤੇ ਹੱਠ ਯੋਗ ਦੀ ਲੋੜ, ਨਾ ਤਾਂਤਰਿਕ ਯੋਗ ਦੀ ਲੋੜ ਹੈ। ਇਹਨਾਂ ਚੱਕਰਾਂ 'ਚ ਨਹੀਂ ਪੈਣਾ। ਕਰਮ ਯੋਗ, ਗਿਆਨ ਯੋਗ, ਭਗਤੀ ਯੋਗ, ਇਹ ਕੀ ਹੈ? ਜਿਸ ਤਰ੍ਹਾਂ ਇੱਕ ਪੰਛੀ ਹੁੰਦਾ ਹੈ ਨਾ, ਪੰਛੀ ਦੇ ਦੋ ਖੰਭ ਹੁੰਦੇ ਹਨ। ਜੇ ਪੰਛੀ ਦੇ ਦੋ ਖੰਭ ਹੋਣ ਤਾਂ ਹੀ ਉਹ ਆਕਾਸ਼ ਦੇ ਵਿੱਚ ਉੱਡ ਸਕਦਾ ਹੈ, ਆਕਾਸ਼ ਦੇ ਵਿੱਚ। ਇਸ ਲਈ ਪੰਛੀ ਦਾ ਇੱਕ ਖੰਭ ਹੈ ਕਰਮ ਯੋਗ, ਗਿਆਨ ਯੋਗ, ਧਿਆਨ ਯੋਗ, ਭਗਤੀ ਯੋਗ। ਤੇ ਪੰਛੀ ਦਾ ਇੱਕ ਖੰਭ ਜਿਹੜਾ ਏ ਉਹ ਹੈ ਸਹਿਜ ਯੋਗ, ਓੰਕਾਰ ਦਾ ਮਾਰਗ। ਇਹ ਦੋ ਖੰਭ ਹੋ ਗਏ। ਇਹ ਦੋ ਖੰਭ ਸਾਡੇ ਕੋਲ ਹੋਣਗੇ ਤਾਂ ਅਸੀਂ ਆਕਾਸ਼ ਦੇ ਵਿੱਚ ਉੱਡ ਸਕਦੇ ਹਾਂ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਜੇ ਅਸੀਂ ਵੀ ਰੀਸ ਕਰਨਾ ਚਾਹੁੰਦੇ ਹਾਂ ਨਾ ਪੰਛੀਆਂ ਵਰਗੀ, ਜਿਹੜਾ ਪੰਛੀ ਉੱਡਦਾ ਹੈ ਆਕਾਸ਼ ਵਿੱਚ, ਹੁਣ ਅਸੀਂ ਤੇ ਕੀੜੇ ਹਾਂ, ਕੀੜੇ, ਤੇ ਸਾਨੂੰ ਵੀ ਚਾਅ ਉੱਠਦਾ ਕਿ ਅਸੀਂ ਵੀ ਉੱਡੀਏ ਆਕਾਸ਼ ਦੇ ਵਿੱਚ। ਜੇ ਉੱਡਣਾ ਚਾਹੁੰਦੇ ਹੋ ਤੇ ਸਾਨੂੰ ਪੰਛੀ ਬਣਨਾ ਪਵੇਗਾ, ਪੰਛੀ। ਤੇ ਪੰਛੀ ਦੇ ਨਾਲ ਦੋ ਖੰਭ ਵੀ ਹੁੰਦੇ ਹਨ। ਇੱਕ ਖੰਭ ਹੈ ਨਾਮ ਦਾ, ਇੱਕ ਖੰਭ ਹੈ ਕਰਮ ਦਾ, ਗਿਆਨ ਦਾ, ਧਿਆਨ ਦਾ, ਭਗਤੀ ਦਾ ਖੰਭ। ਇੱਕ ਖੰਭ ਹੈ ਸਹਿਜ ਯੋਗ, ਓੰਕਾਰ ਦਾ ਨਾਮ ਵਾਲਾ ਖੰਭ, ਨਾਮ ਵਾਲਾ। ਜੇ ਦੋ ਖੰਭ ਸਾਡੇ ਕੋਲ ਹੋਣਗੇ ਤਾਂ ਹੀ ਅਸੀਂ ਆਕਾਸ਼ ਦੇ ਵਿੱਚ ਉੱਡ ਸਕਦੇ ਹਾਂ, ਆਕਾਸ਼ ਦੇ ਵਿੱਚ। ਇਸ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਕਬੀਰ ਸਾਹਿਬ ਨੇ ਇਸ ਤਰ੍ਹਾਂ ਦਰਸਾਇਆ ਹੈ। ਆਖਦੇ ਹਨ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਜਲ ਕੀ ਮਾਛਲੀ, ਇਹਨੂੰ ਮੀਨ ਮਾਰਗ ਵੀ ਆਖਿਆ ਗਿਆ। ਮੀਨ ਮਾਰਗ, ਮੀਨ ਆਖਦੇ ਹਨ ਮੱਛੀ ਨੂੰ। ਤੇ ਕਬੀਰ ਸਾਹਿਬ ਆਖਦੇ ਹਨ ਕਿ ਜਿਹੜੀ ਮੱਛੀ ਹੈ ਨਾ, ਉਹ ਪਾਣੀ ਵਿੱਚੋਂ ਨਿਕਲਦੀ ਹੈ ਇੱਕਦਮ, ਕੁਝ ਸਮੇਂ ਦੇ ਵਿੱਚ ਉਹ ਉੱਪਰ ਨੂੰ ਉਡਾਰੀ ਮਾਰਦੀ ਹੈ, ਖਜੂਰ ਦੇ ਰੁੱਖ ਦੇ ਉੱਪਰ ਬੱਚੇ ਦੇ ਕੇ ਫਿਰ ਪਾਣੀ ਵਿੱਚ ਆ ਜਾਂਦੀ ਹੈ। ਜਲ ਕੀ ਮਾਛਲੀ ਚਰੈ ਖਜੂਰ। ਅਸਲ ਵਿੱਚ ਇਹ ਇਸ਼ਾਰਾ ਦੇ ਕੇ ਸਮਝਾਇਆ ਹੈ, ਇਸ਼ਾਰਾ ਦੇ ਕੇ ਇਹ ਇਸ਼ਾਰਾ ਕੀਤਾ ਹੈ ਕਿ ਜਿਸ ਤਰ੍ਹਾਂ ਮੱਛਲੀ ਉੱਪਰ ਛਾਲ ਮਾਰਦੀ ਹੈ ਨਾ, ਤੇ ਖਜੂਰ ਦੇ ਰੁੱਖ ਦੇ ਉੱਪਰ ਆਂਡੇ ਦੇ ਕੇ ਫਿਰ ਥੱਲੇ ਆ ਜਾਂਦੀ ਹੈ। ਇਸ ਤਰ੍ਹਾਂ ਜਦੋਂ ਆਪਾਂ ਨਾਮ ਨਾਲ ਜੁੜਾਂਗੇ, ਸੁਰਤ ਨੇ ਨਿਕਲਣਾ ਹੈ ਭਵਜਲ ਦੇ ਵਿੱਚੋਂ। ਪਾਣੀ ਕੀ ਹੈ? ਭਵਜਲ। ਮੱਛੀ ਰਹਿੰਦੀ ਹੈ ਪਾਣੀ ਦੇ ਵਿੱਚ, ਆਪਾਂ ਵੀ ਪਾਣੀ ਦੇ ਵਿੱਚ ਹਾਂ। ਪਾਣੀ ਕਿਹੜਾ? ਭਵਜਲ ਦਾ। ਆਪਾਂ ਵੀ ਭਵਜਲ ਦੇ ਵਿੱਚ ਹਾਂ। ਮੱਛੀ ਕੀ ਹੈ? ਸਾਡੀ ਸੁਰਤ। ਤੇ ਸੁਰਤ ਨੇ ਕੀ ਕਰਨਾ? ਚੜ੍ਹਨਾ ਹੈ ਖਜੂਰ ਦੇ ਰੁੱਖ ਦੇ ਉੱਪਰ। ਮੱਛੀ ਨੇ, ਸਾਡੀ ਸੁਰਤ ਨੇ, ਸੁਰਤ ਨੂੰ ਚੜ੍ਹਾਉਣਾ ਹੈ ਆਪਾਂ ਖਜੂਰ ਦੇ ਪੇਟ ਦੇ ਉੱਪਰ। ਖਜੂਰ ਦਾ ਪੇੜ ਕੀ ਹੈ? ਸ਼ਬਦ। ਸ਼ਬਦ ਨਾਲ ਜੋੜਨਾ ਹੈ ਸੁਰਤ ਨੂੰ। ਇਹ ਇਸ਼ਾਰਾ ਦੇ ਕੇ ਸਮਝਾਇਆ ਹੈ। ਜਾਂ ਇਸ ਤਰ੍ਹਾਂ ਵੀ ਆਖਿਆ, ਪਹਿਲਾਂ ਪੂਤ ਪਛੇਰੀ ਮਾਈ, ਗੁਰ ਲਾਗੂ ਚੇਲੇ ਕੀ ਪਾਈ। ਇਹ ਇਸ਼ਾਰਾ ਦੇ ਕੇ ਸਮਝਾਇਆ, ਇੱਕ ਇਸ਼ਾਰੇ ਕੀਤੇ ਹਨ। ਆਖਦੇ ਹਨ ਪਹਿਲਾਂ ਪੁੱਤ ਆਇਆ ਹੈ, ਫਿਰ ਬਾਅਦ ਵਿੱਚ ਮਾਂ ਆਈ ਹੈ। ਪਹਿਲਾਂ ਪੁੱਤ ਦਾ ਜਨਮ ਹੋਇਆ, ਪਛੇਰੀ ਮਾਈ, ਫਿਰ ਬਾਅਦ ਵਿੱਚ ਮਾਂ ਦਾ ਜਨਮ ਹੋਇਆ। ਇਹ ਕਦੇ ਹੋ ਸਕਦਾ? ਹੁਣ ਸਾਨੂੰ ਹੈਰਾਨੀ ਵੀ ਹੋਵੇਗੀ ਕਿ ਮਾਂ ਨੇ ਤੇ ਜਨਮ ਦੇਣਾ ਹੈ ਪੁੱਤਰ ਨੂੰ। ਇਹ ਕਿਸ ਤਰ੍ਹਾਂ ਹੋ ਗਿਆ ਕਿ ਪਹਿਲਾਂ ਪੁੱਤ ਆਇਆ ਤੇ ਫਿਰ ਮਾਂ ਆਈ? ਅਸਲ ਵਿੱਚ ਇਹ ਸਾਰੀਆਂ ਜਿਹੜੀਆਂ ਗੱਲਾਂ ਹਨ, ਇਹ ਭਗਤੀ ਯੋਗ ਦੀਆਂ ਗੱਲਾਂ ਹਨ। ਉਧਰ ਨੂੰ ਇਸ਼ਾਰਾ ਕੀਤਾ ਹੈ। ਆਖਦੇ ਹਨ ਪਰਮੇਸ਼ਰ ਸਾਡੇ ਅੰਦਰ ਹੈ। ਪਰਮੇਸ਼ਰ ਸਾਨੂੰ ਉਹਦਾ ਅਜੇ ਅਨੁਭਵ ਨਹੀਂ ਹੋਇਆ, ਨਾ ਪ੍ਰਗਟ ਹੋਇਆ ਹੈ। ਪਰਮੇਸ਼ਰ ਪ੍ਰਗਟ ਤਾਂ ਹੋਵੇਗਾ ਜੇ ਪਹਿਲਾਂ ਸੁਰਤ ਪ੍ਰਗਟ ਹੋਵੇਗੀ, ਪਹਿਲਾਂ ਸਿੱਖ ਪ੍ਰਗਟ ਹੋਵੇ। ਪਹਿਲਾਂ ਸਿੱਖ ਪ੍ਰਗਟ ਹੋਵੇਗਾ ਜਦੋਂ ਨਾਮ ਜਪੇਗਾ, ਜਦੋਂ ਸਿੱਖ ਜਾਗ ਪਵੇਗਾ। ਸਿੱਖ ਕੀ ਹੈ? ਪੁੱਤ ਹੈ। ਸਿੱਖ ਨੂੰ ਪੁੱਤ ਕਹਿ ਕੇ ਸਮਝਾਇਆ, ਇਸ਼ਾਰਾ ਕੀਤਾ ਹੈ। ਜਦੋਂ ਨਾਮ ਜਪ ਕੇ ਸੁਰਤ ਮਨ ਜਾਗ ਪਵੇਗਾ, ਤੇ ਜਦੋਂ ਸਿੱਖ ਪ੍ਰਗਟ ਹੋ ਗਿਆ, ਸੁਰਤ ਪ੍ਰਗਟ ਹੋ ਗਈ,
ਤੇ ਫਿਰ ਸਿੱਖ ਨੇ ਹੀ ਫਿਰ ਪਰਮਾਤਮਾ ਨੂੰ ਪ੍ਰਗਟ ਕਰਨਾ ਹੈ। ਪਰਮਾਤਮਾ ਨੂੰ ਜੋ ਕੁਝ ਠਾਕੁਰ ਕਾ ਸੋ ਸੇਵਕਾ, ਸੇਵਕ ਠਾਕੁਰ ਸੇਵਕ ਹੀ ਸੰਗ ਜਾਹਰ ਜੀਉ। ਜਿਹੜਾ ਠਾਕੁਰ ਹੈ ਨਾ, ਜਿਹੜਾ ਪਰਮੇਸ਼ਰ ਹੈ, ਉਹਦੇ ਸਿੱਖ, ਉਹ ਸਿੱਖ ਕਰਕੇ ਪ੍ਰਗਟ ਹੁੰਦਾ ਹੈ। ਜੋ ਕੁਝ ਠਾਕੁਰ ਕਾ ਸੋ ਸੇਵਕਾ, ਠਾਕੁਰ ਸੇਵਕ ਹੀ ਸੰਗ ਜਾਹਰ ਜੀਉ। ਪਰਮਾਤਮਾ ਨੂੰ ਪ੍ਰਗਟ ਕਰਦਾ ਹੈ ਨਾਮ ਜਪਣ ਵਾਲਾ ਭਗਤ। ਭਗਤਾਂ ਦੇ ਕਰਕੇ ਪਰਮੇਸ਼ਰ ਪ੍ਰਗਟ ਹੁੰਦਾ ਹੈ, ਭਗਤਾਂ ਕਰਕੇ। ਇਸ ਲਈ ਇਸ਼ਾਰਾ ਦੇ ਕੇ ਸਮਝਾਇਆ, ਪਹਿਲਾਂ ਪੂਤ ਤੇ ਸ਼ੇਰੀ ਮਾਈ। ਪਹਿਲਾਂ ਪੁੱਤ ਆਇਆ, ਬਾਅਦ ਦੇ ਵਿੱਚ ਮਾਂ ਆਈ ਹੈ, ਬਾਅਦ ਦੇ ਵਿੱਚ ਮਾਂ। ਇਸ ਲਈ ਇਹ ਜੋ ਸਾਨੂੰ ਮਾਰਗ ਦਿੱਤਾ ਹੈ ਸਾਡੇ ਸੱਚੇ ਸਤਿਗੁਰ ਨੇ, ਇਸ ਮਾਰਗ ਦਾ ਨਾਮ ਹੈ ਸਹਿਜ ਯੋਗ ਮਾਰਗ, ਸੁਰਤ ਯੋਗ ਮਾਰਗ। ਇੱਕਦਮ ਆਸਾਨ ਮਾਰਗ ਹੈ, ਇੱਕਦਮ ਆਸਾਨ। ਕਿ ਜਦੋਂ ਅਸੀਂ ਓੰਕਾਰ ਦੀ ਸਾਧਨਾ ਕਰਦੇ ਹਾਂ, ਜਦੋਂ ਅਸੀਂ ਇੱਕ ਓੰਕਾਰ ਜਪਦੇ ਹਾਂ, ਤੇ ਇੱਕ ਓੰਕਾਰ ਨੂੰ ਜਪਣ ਦੇ ਨਾਲ ਸਾਨੂੰ ਕਿਹੜੇ ਕਿਹੜੇ ਫਲ ਮਿਲਦੇ ਹਨ। ਓੰਕਾਰ ਸ਼ਬਦ ਨੇ, ਓੰਕਾਰ ਦੀ ਸਾਧਨਾ ਨੇ ਸਾਡੇ ਤੇ ਕਿਹੜੀ ਕਿਹੜੀ ਕਿਰਪਾ ਕਰਨੀ ਹੈ। ਓੰਕਾਰ ਨੇ ਧੰਨ ਗੁਰੂ ਪਿਤਾ ਜੀ ਬਾਣੀ ਪੜ੍ਹ ਕੇ ਜਿਹੜੇ ਮਹਾਂਪੁਰਖਾਂ ਨੇ ਅਨੁਭੂਤੀ ਕੀਤੀ ਹੈ, ਉਹਨਾਂ ਮਹਾਂਪੁਰਖਾਂ ਦੀ ਵਿਚਾਰਧਾਰਾ ਹੈ। ਮਹਾਂਪੁਰਖਾਂ ਦੀ, ਉਹਨਾਂ ਮਹਾਂਪੁਰਖਾਂ ਦੀ ਇਹ ਵਿਚਾਰਧਾਰਾ ਹੈ, ਜਦੋਂ ਅਸੀਂ ਓੰਕਾਰ ਦੀ ਭਗਤੀ ਕਰਾਂਗੇ, ਓੰਕਾਰ ਦਾ ਜਪ ਤਪ ਕਰਾਂਗੇ, ਓੰਕਾਰ ਦਾ ਸਿਮਰਨ ਕਰਾਂਗੇ, ਸਹਿਜ ਯੋਗ ਦੇ ਮਾਰਗ ਤੇ ਚੱਲ ਪਾਵਾਂਗੇ। ਓੰਕਾਰ ਨੇ ਸਾਡੀ ਆਤਮਾ ਦੇ ਵਿੱਚੋਂ ਨਾਦ ਨੂੰ ਪ੍ਰਗਟ ਕਰਨਾ ਹੈ, ਅਨਹਦ ਬਾਣੀ ਨੂੰ ਪ੍ਰਗਟ ਕਰਨਾ ਹੈ। ਓੰਕਾਰ ਨੇ ਅਸਲ ਵਿੱਚ ਜਿਹੜਾ ਨਾਦ ਸਾਡੇ ਅੰਦਰੋਂ ਪ੍ਰਗਟ ਹੋ ਰਿਹਾ ਹੈ, ਉਹ ਆਤਮਾ ਦੇ ਵਿੱਚੋਂ ਪ੍ਰਗਟ ਹੁੰਦਾ ਹੈ। ਆਤਮਿਕ ਸੰਗੀਤ ਉਹਨੂੰ ਕਹਿ ਕੇ ਬਿਆਨ ਕੀਤਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਨੇ। ਉਹਨਾਂ ਨੇ ਆਖਿਆ ਇਹ ਆਤਮਿਕ ਸੰਗੀਤ ਹੈ। ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖਾਂਗੇ ਨਾ ਪ੍ਰੋਫੈਸਰ ਪੂਰਨ ਸਿੰਘ ਜੀ, ਤੇ ਉਹਨਾਂ ਨੇ ਆਖਿਆ ਇਹ ਆਤਮਿਕ ਸੰਗੀਤ ਹੈ ਜੋ ਆਤਮਾ ਦੇ ਵਿੱਚੋਂ ਪ੍ਰਗਟ ਹੁੰਦਾ ਹੈ। ਤੇ ਇਹਨੂੰ ਪ੍ਰਗਟ ਕਰਨ ਵਾਲਾ ਕੌਣ ਹੈ? ਓੰਕਾਰ। ਓੰਕਾਰ ਦੇ ਸਿਮਰਨ ਨੇ ਹੀ ਉਸ ਨਾਦ ਨੂੰ ਪ੍ਰਗਟ ਕਰਨਾ ਹੈ। ਤੇ ਸਾਰੀ ਖੇਡ ਹੀ ਨਾਦ ਦੀ ਹੈ। ਨਾਦ ਜਿਹੜਾ ਹੈ ਇਹ ਸੱਚਖੰਡ ਦੇ ਵਿੱਚੋਂ ਆਉਂਦਾ ਹੈ। ਸੱਚਖੰਡ ਦੇ ਵਿੱਚੋਂ, ਸੱਚਖੰਡ ਵਿੱਚੋਂ ਆਉਂਦਾ ਹੈ, ਸਾਡੀ ਆਤਮਾ ਦੇ ਵਿੱਚੋਂ ਪ੍ਰਗਟ ਹੁੰਦਾ ਹੈ। ਪ੍ਰਗਟ ਤਾਂ ਹੋਵੇਗਾ ਜਦੋਂ ਅਸੀਂ ਓੰਕਾਰ ਦੇ ਨਾਲ ਜੁੜਾਂਗੇ। ਓੰਕਾਰ ਦੇ ਨਾਲ, ਓੰਕਾਰ ਦਾ ਜਪ ਕਰਦੇ ਹਾਂ, ਫਿਰ ਅਭਿਆਸੀ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਮੈਂ ਕੋਈ ਸਰੀਰ ਨਹੀਂ, ਮੈਂ ਤੇ ਨਾਦ ਰੂਪ ਹਾਂ। ਹੁਣ ਸਾਨੂੰ ਲੱਗਦਾ ਹੈ ਕਿ ਮੈਂ ਸਰੀਰ ਹਾਂ, ਪਰ ਜਦੋਂ ਅਸੀਂ ਓੰਕਾਰ ਦਾ ਅਭਿਆਸ ਕਰਾਂਗੇ, ਇੱਕ ਓੰਕਾਰ ਦਾ, ਓੰਕਾਰ ਨੇ ਸਾਡੇ ਤੇ ਇੰਨੀ ਕਿਰਪਾ ਕਰ ਦੇਣੀ ਹੈ ਕਿ ਸਾਨੂੰ ਲੱਗੇਗਾ ਕਿ ਮੈਂ ਸਰੀਰ ਨਹੀਂ, ਮੈਂ ਤੇ ਆਤਮਿਕ ਸਰੂਪ ਹਾਂ, ਮੈਂ ਤੇ ਨਾਦ ਸਰੂਪ ਹਾਂ, ਮੈਂ ਤੇ ਨਾਦ ਹੀ ਹਾਂ, ਨਾਦ ਹੀ ਹਾਂ ਮੈਂ। ਇੰਨੀ ਕਿਰਪਾ ਕਰਨੀ ਹੈ ਓਂਕਾਰ ਨੇ ਸਾਡੇ ਉੱਪਰ। ਇਸ ਲਈ ਅਸੀਂ ਤੇ ਬਹੁਤ ਛੇਤੀ ਨਾਲ ਪੜ੍ਹ ਕੇ ਲੰਘ ਜਾਂਦੇ ਹਾਂ ਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਬਹੁਤ ਛੇਤੀ ਨਾਲ। ਅਸਲ ਵਿੱਚ ਓੰਕਾਰ ਜਿਹੜਾ ਅੱਖਰ ਹੈ, ਇਹਦੇ ਵਿੱਚ ਕਿੰਨੀ ਕਿਰਪਾ ਹੈ ਸਾਨੂੰ ਇਹਦਾ ਅਜੇ ਕੋਈ ਅਨੁਭਵ ਨਹੀਂ। ਜਿਸ ਦਿਨ ਓੰਕਾਰ ਨੇ ਸਾਡੇ ਤੇ ਕਿਰਪਾ ਕੀਤੀ, ਓੰਕਾਰ ਨੇ, ਫਿਰ ਸਾਨੂੰ ਪਤਾ ਲੱਗੇਗਾ ਇਹ ਜਿਹੜਾ ਅੱਖਰ ਹੈ ਇਹ ਕੋਈ ਆਮ ਅੱਖਰ ਨਹੀਂ ਹੈ। ਇੱਕ ਓੰਕਾਰ, ਇਹ ਤੇ ਬਹੁਤ ਵੱਡਾ ਅੱਖਰ ਹੈ। ਸਾਰਾ ਬ੍ਰਹਿਮੰਡ ਇਹਨੇ ਰਚਿਆ ਹੈ, ਇੱਕ ਓੰਕਾਰ ਨੇ। ਓੰਕਾਰ ਨੇ ਹੀ ਸਾਨੂੰ ਇੱਥੋਂ ਤੱਕ ਲੈ ਕੇ ਜਾਣਾ ਹੈ। ਓੰਕਾਰ ਦਾ ਪਹਿਲਾਂ ਜਪ ਕਰਨਾ ਹੈ,
ਫਿਰ ਓੰਕਾਰ ਨੇ ਸਾਡੇ ਤੇ ਕਿਰਪਾ ਕਰਨੀ ਹੈ, ਜਪ ਨੂੰ ਅਜੱਪਾ ਦੇ ਵਿੱਚ ਬਦਲ ਦੇਣਾ ਹੈ। ਇੱਕ ਹੈ ਜਪ ਜੋ ਅਸੀਂ ਜ਼ਬਾਨ ਦੇ ਨਾਲ ਜਪਦੇ ਹਾਂ, ਇੱਕ ਓੰਕਾਰ, ਇੱਕ ਓੰਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਹੈ ਜਾਪ। ਤੇ ਇਹ ਇੱਕ ਹੈ ਅਜੱਪਾ ਜਾਪ। ਜਿਹੜਾ ਅਜੱਪਾ ਜਾਪ ਹੈ ਉਹਦੇ ਵਿੱਚ ਨਾ ਤੇ ਜ਼ਬਾਨ ਹਿੱਲਦੀ ਹੈ, ਨਾ ਬੁੱਲ ਹਿੱਲਦੇ ਹਨ, ਨਾ ਸਾਡਾ ਤਾਲੂ ਕੰਮ ਕਰਦਾ ਹੈ, ਕੁਝ ਨਹੀਂ ਹਿੱਲਦਾ। ਸਿਰਫ ਸੁਰਤ ਦੇ ਨਾਲ ਆਪੇ ਜਾਪ ਹੁੰਦਾ ਹੈ, ਆਪਣੇ ਆਪ ਹੀ ਅੰਦਰੋਂ ਜਾਪ ਚੱਲਦਾ ਹੈ, ਆਪਣੇ ਆਪ ਹੀ ਆਵਾਜ਼ ਆਉਂਦੀ ਹੈ, ਇੱਕ ਓੰਕਾਰ, ਇੱਕ ਓੰਕਾਰ, ਓੰਕਾਰ ਓੰਕਾਰ ਵਾਹਿਗੁਰੂ ਵਾਹਿਗੁਰੂ, ਆਪਣੇ ਆਪ ਹੀ ਫਿਰ ਜਾਪ ਚੱਲਦਾ ਹੈ। ਉਹਨੂੰ ਅਜੱਪਾ ਜਾਪ ਕਹਿ ਗਿਆ ਹੈ। ਅਜੱਪਾ ਜਾਪ, ਅਜੱਪਾ ਜਾਪ ਨਾ ਵੀਸਰੈ, ਆਦਿ ਜੁਗਾਦ ਸਮਾਏ। ਇਹ ਗੁਰਬਾਣੀ ਦੇ ਵਿੱਚ ਬਚਨ ਹੈ, ਅਜੱਪਾ ਜਾਪ ਨਾ ਵੀਸਰੈ, ਆਦਿ ਜੁਗਾਦ ਸਮਾਏ। ਇਹ ਅਜੱਪਾ ਜਾਪ ਹੈ। ਤੇ ਅਜੱਪਾ ਜਾਪ ਤੱਕ ਸਾਨੂੰ ਓੰਕਾਰ ਲੈ ਕੇ ਜਾਵੇਗਾ, ਸਾਡੀ ਸੁਰਤੀ ਨੂੰ, ਜੀਵ ਆਤਮਾ। ਫਿਰ ਓੰਕਾਰ ਨੇ ਸਾਨੂੰ ਨਾਦ ਨਾਲ ਜੋੜਨਾ ਹੈ। ਓੰਕਾਰ ਨੇ ਜਿਹੜਾ ਸਾਡੀ ਆਤਮਾ ਦੇ ਵਿੱਚੋਂ ਪ੍ਰਗਟ ਹੁੰਦਾ ਹੈ, ਓੰਕਾਰ ਨਾਦ ਨੇ। ਜਦੋਂ ਅਸੀਂ ਓੰਕਾਰ ਨਾਲ ਜੁੜੇ ਰਵਾਂਗੇ, ਓੰਕਾਰ ਨੇ ਫਿਰ ਸਾਡੇ ਤੇ ਇੰਨੀ ਕਿਰਪਾ ਕਰ ਦੇਣੀ ਹੈ, ਫਿਰ ਸਾਨੂੰ ਲੱਗੇਗਾ ਕਿ ਮੈਂ ਨਾਦ ਸਰੂਪ ਹਾਂ, ਮੈਂ ਬਾਣੀ ਦਾ ਹੀ ਰੂਪ ਹਾਂ, ਬਾਣੀ ਦਾ ਹੀ। ਫਿਰ ਓੰਕਾਰ ਨੇ ਸਾਡੇ ਤੇ ਕਿਰਪਾ ਕਰਨੀ ਹੈ, ਸਾਨੂੰ ਨੂਰ ਤੱਕ ਲੈ ਕੇ ਜਾਣਾ ਹੈ, ਨੂਰ ਤੱਕ, ਜਿਹਦੇ ਬਾਬਤ ਗੁਰੂ ਰਾਮਦਾਸ ਪਿਤਾ ਨੇ ਆਖਿਆ ਹੈ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਕਾਸ਼, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼। ਐਵੇਂ ਨਹੀਂ ਤਰਲੇ ਲੈ ਰਹੇ ਸੰਤ ਜਨ, ਗੁਰੂ ਅੱਗੇ ਐਵੇਂ ਨਹੀਂ ਤਰਲਾ ਲਿਆ। ਦਾਸ ਤੇਰੇ ਕੀ ਬੇਨਤੀ, ਰਿੱਧ ਕਰ ਪ੍ਰਕਾਸ਼, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ਼। ਇੰਨਾ ਥੋੜਾ ਤਰਲਾ ਲਿਆ, ਐਵੇਂ ਥੋੜਾ ਤਰਲਾ ਲਿਆ ਹੈ। ਅਸਲ ਵਿੱਚ ਆਨੰਦ ਹੀ ਇਹਦੇ ਵਿੱਚ ਹੈ। ਬਾਹਰਲੀ ਖੁਸ਼ੀ, ਬਾਹਰਲਾ ਸੁੱਖ, ਬਾਹਰਲਾ ਆਨੰਦ ਤੇ ਥੋੜ੍ਹੇ ਸਮੇਂ ਤੱਕ ਹੀ ਹੈ। ਜਿਹੜਾ ਨੂਰ ਦੇ ਵਿੱਚੋਂ ਆਨੰਦ ਮਿਲਣਾ ਹੈ, ਨਾਦ ਨੂੰ ਸੁਣ ਕੇ ਆਨੰਦ ਮਿਲਣਾ ਹੈ, ਉਸ ਆਨੰਦ ਦੀ ਕੋਈ ਵੀ ਰੀਸ ਹੀ ਨਹੀਂ ਕਰ ਸਕਦਾ। ਬਾਹਰਲਾ ਸੰਗੀਤ, ਖਾਣ ਪੀਣ, ਪਹਿਰਾਵਾ, ਸਾਰਾ ਕੁਝ ਫਿੱਕਾ ਪੈ ਜਾਂਦਾ ਹੈ, ਸਾਰਾ ਕੁਝ। ਇਸੇ ਲਈ ਤੇ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਅੱਗੇ ਬੇਨਤੀ ਕਰ ਰਹੇ ਹਨ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਕਾਸ਼। ਤੇ ਧੰਨ ਗੁਰੂ ਪਿਤਾ ਨੇ ਕਿਰਪਾ ਕੀਤੀ ਹੈ, ਸਾਡੇ ਤੇ ਆਖਣ ਲੱਗੇ ਹਨ ਕਿ ਭਾਈ ਓੰਕਾਰ ਨੇ ਹੀ ਨਾਦ ਪ੍ਰਗਟ ਕੀਤਾ ਹੈ, ਓੰਕਾਰ ਨੇ ਹੀ ਨੂਰ ਪ੍ਰਗਟ ਕੀਤਾ ਹੈ। ਤੇ ਜੇ ਤੁਸੀਂ ਓੰਕਾਰ ਨਾਲ ਜੁੜ ਜਾਓਗੇ, ਵਾਹਿਗੁਰੂ ਨਾਮ ਨਾਲ, ਤੇ ਫਿਰ ਵਾਹਿਗੁਰੂ ਗੁਰਮੰਤਰ ਨੇ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ, ਬਾਹਰਲੇ ਫਿੱਕੇ ਸੰਗੀਤ ਨਾਲ ਤੋੜ ਕੇ, ਅੰਦਰਲੇ ਸੰਗੀਤ ਨਾਲ, ਅੰਦਰਲੀ ਬਾਣੀ ਨਾਲ ਜੋੜ ਦੇਣਾ ਹੈ, ਜੋ ਇੱਕਦਮ ਮਿੱਠਾ ਸੰਗੀਤ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲੜਾ ਜਿਹੜਾ ਅਨਹਦ ਨਾਦ ਹੈ, ਉਹ ਮਿੱਠਾ ਸੰਗੀਤ ਹੈ, ਮਨ ਨੂੰ ਮੋਹਕ ਵਾਲਾ, ਮਨ ਨੂੰ ਮੋਹਣ ਵਾਲਾ, ਮਨ ਮੋਹਕ ਉਹ ਆਵਾਜ਼ ਹੈ, ਮਾਲਕ ਦੇ ਘਰ ਵਿੱਚੋਂ, ਸੱਚਖੰਡ ਵਿੱਚੋਂ ਆ ਰਹੀ ਹੈ। ਇਸੇ ਨਾਦ ਨੇ ਜੋ ਓੰਕਾਰ ਨੂੰ ਜਪ ਕੇ ਪ੍ਰਗਟ ਹੋਇਆ, ਇਸੇ ਨਾਦ ਨੇ ਫਿਰ ਸਾਨੂੰ ਮਾਲਕ ਤੱਕ ਲੈ ਕੇ ਜਾਣਾ। ਤੇ ਜੇ ਹੁਣ ਅਸੀਂ ਆਖੀਏ ਕਿ 1 ਜਾਂ 2 ਮਹੀਨਿਆਂ ਵਿੱਚ ਕਿਰਪਾ ਹੋ ਜਾਵੇ, ਅਸਲ ਵਿੱਚ ਇਹਨੂੰ ਸਹਿਜ ਯੋਗ ਤਾਂ ਆਖਿਆ ਗਿਆ, ਇਹ ਸਬਰ ਸੰਤੋਖ ਤੇ ਧੀਰਜ ਦਾ ਮਾਰਗ ਹੈ, ਧੀਰਜ ਨਾਲ ਚੱਲਣਾ ਪਵੇ।
ਫਲ ਦੀ ਇੱਛਾ ਨਹੀਂ ਰੱਖਣੀ। ਜੇ ਫਲ ਰੱਖ ਕੇ ਸਾਧਨਾ ਕਰਾਂਗੇ, ਜਿੰਨੀ ਅਸੀਂ ਇੱਛਾ ਰੱਖਾਂਗੇ ਕਿ ਮਿਲਦਾ ਕਿਉਂ ਨਹੀਂ, ਪ੍ਰਾਪਤੀ ਕਿਉਂ ਨਹੀਂ ਹੋਈ, ਓਨੀ ਰੁਕਾਵਟ ਪਈ ਜਾਵੇ, ਓਨੀ ਰੁਕਾਵਟ ਪਵੇ। ਇਸ ਕਰਕੇ ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ, ਕੇਵਲ ਭਗਤ ਕੀਰਤਨ ਸੰਗ ਰਾਜੈ। ਫਲ ਦੀ ਇੱਛਾ ਰੱਖ ਕੇ ਨਹੀਂ ਸਾਧਨਾ ਕਰਨੀ, ਸਿਰਫ ਸਿਮਰਨ ਦੇ ਵਿੱਚ ਲੱਗੇ ਰਹਿਣਾ ਹੈ। ਆਪੇ ਕਿਰਪਾ ਕਰੇਗਾ ਸਾਡੇ ਉੱਪਰ, ਉਹਨੂੰ ਫਿਕਰ ਹੈ ਸਾਡਾ, ਉਹ ਸਾਡੇ 'ਤੇ ਕਿਰਪਾ ਕਰੇਗਾ ਅਤੇ ਉਹਨੇ ਹੀ ਅੰਦਰੋਂ ਨਾਦ ਪ੍ਰਗਟ ਕਰਨਾ ਹੈ, ਉਹਨੇ ਹੀ ਨੂਰ ਪ੍ਰਗਟ ਕਰਨਾ ਹੈ। ਅਤੇ ਗੁਰੂ ਨਾਨਕ ਸਾਹਿਬ ਦੀ ਮਰਜ਼ੀ ਹੈ, ਆਪਾਂ ਨੇ ਸਿਰਫ ਦਾਤ ਮੰਗਣੀ ਹੈ, ਅਰਦਾਸ ਦੇ ਰੂਪ ਵਿੱਚ, ਅਰਦਾਸ ਰੂਪ ਦੇ ਵਿੱਚ ਬੇਨਤੀ ਕਰਨੀ ਹੈ, ਬਾਕੀ ਕਿਰਪਾ ਉਹਨੇ ਕਰਨੀ ਹੈ। ਜਿਸ ਤਰ੍ਹਾਂ ਮਹਾਂਪੁਰਖਾਂ ਨੇ ਤੇ ਪ੍ਰਸੰਗ ਸੁਣਾਇਆ ਸੀ। ਆਖਣ ਲੱਗੇ, ਇੱਕ ਦਿਨ ਨਾਰਦ ਮੁਨੀ ਜੰਗਲ 'ਚ ਜਾ ਰਿਹਾ ਸੀ ਤੇ ਨਾਰਦ ਮੁਨੀ ਨੇ ਕੀ ਵੇਖਿਆ ਕਿ ਪਿੱਪਲ ਦੇ ਰੁੱਖ ਥੱਲੇ ਕੋਈ ਸਾਧੂ ਬੈਠਾ ਹੈ, ਬਜ਼ੁਰਗ। ਤੇ ਨਾਰਦ ਮੁਨੀ ਜੀ ਨੇ ਬਜ਼ੁਰਗ ਨੂੰ ਆਖਿਆ ਕਿ ਸੰਤ ਜੀ, ਮੈਂ ਬੈਕੁੰਠ ਧਾਮ ਜਾ ਰਿਹਾ ਵਿਸ਼ਨੂੰ ਜੀ ਦੇ ਪਾਸ, ਕੁਝ ਪੁੱਛਣਾ ਹੈ? ਤੇ ਸਾਧੂ ਨੇ ਆਖਿਆ, ਹਾਂ ਜ਼ਰੂਰ ਪੁੱਛਣਾ ਹੈ ਮੈਂ। ਆਖਣ ਲੱਗੇ, ਕੀ ਪੁੱਛਣਾ ਹੈ? ਆਖਣ ਲੱਗੇ, ਵਿਸ਼ਨੂੰ ਭਗਵਾਨ ਜੀ ਨੂੰ ਪੁੱਛਿਓ ਕਿ ਮੈਨੂੰ ਬਹੁਤ ਲੰਮਾ ਸਮਾਂ ਹੋ ਗਿਆ ਇਹ ਭਗਤੀ ਕਰਦਿਆਂ ਨੂੰ, ਪ੍ਰਾਪਤੀ ਕਦੋਂ ਹੋਵੇਗੀ? ਆਖਣ ਲੱਗੇ, ਕੋਈ ਗੱਲ ਨਹੀਂ, ਪੁੱਛ ਲਵਾਂਗੇ। ਥੋੜ੍ਹਾ ਹੋਰ ਦੂਰ ਗਏ ਤੇ ਉੱਥੇ ਇੱਕ ਬਾਲਕ ਬੈਠਾ ਸੀ, ਕੋਈ ਬੱਚਾ। ਨਾਰਦ ਮੁਨੀ ਜੀ ਨੇ ਉਸ ਬੱਚੇ ਨੂੰ ਪੁੱਛਿਆ, ਸੰਤ ਜੀ, ਮੈਂ ਬੈਕੁੰਠ ਧਾਮ ਜਾ ਰਿਹਾ, ਕੁਝ ਪੁੱਛਣਾ ਹੈ? ਬੱਚੇ ਨੇ ਆਖਿਆ, ਜੀ ਮੈਂ ਤੁਹਾਨੂੰ ਤੇ ਬੁਲਾਇਆ ਵੀ ਨਹੀਂ, ਮੈਂ ਤੁਹਾਨੂੰ ਕੁਝ ਪੁੱਛਣਾ ਤੇ ਪਵਾਈ ਨਹੀਂ ਕਿ ਜਾ ਕੇ ਪੁੱਛੋ। ਜੇ ਤੁਸੀਂ ਜਾਣਾ ਤੇ ਜਾਓ, ਮੈਨੂੰ ਲੱਗੇ ਰਹਿਣ ਦਿਓ। ਆਖਣ ਲੱਗੇ, ਚਲੋ ਕੁਝ ਤੇ ਪੁੱਛਣਾ ਹੋਵੇਗਾ, ਤੁਸੀਂ ਕੁਝ ਤੁਹਾਡਾ ਸਵਾਲ ਹੈ, ਮੈਂ ਪੁੱਛ ਲਵਾਂ। ਆਖਣ ਲੱਗਾ, ਮੇਰਾ ਕੋਈ ਸਵਾਲ ਨਹੀਂ ਹੈ। ਨਾਰਦ ਮੁਨੀ ਜੀ ਨੇ ਆਖਿਆ, ਨਹੀਂ ਫਿਰ ਵੀ ਦੱਸੋ। ਆਖਣ ਲੱਗੇ, ਇਹ ਪੁੱਛ ਲੈਣਾ ਕਿ ਕਦੋਂ ਪ੍ਰਾਪਤੀ ਹੋਵੇਗੀ। ਦੋਵਾਂ ਦਾ ਇੱਕੋ ਸਵਾਲ ਸੀ। ਜਦੋਂ ਨਾਰਦ ਮੁਨੀ ਜੀ ਬੈਕੁੰਠ ਧਾਮ ਗਏ, ਨਾਰਦ ਮੁਨੀ ਜੀ ਨੇ ਵਿਸ਼ਨੂੰ ਜੀ ਨੂੰ ਆਖਿਆ, ਉਹ ਇੱਕ ਬਜ਼ੁਰਗ ਜਿਹੜਾ ਬੈਠਾ ਹੈ ਨਾ ਰੁੱਖ ਥੱਲੇ, ਉਹਨੇ ਪੁੱਛਿਆ ਕਿ ਕਦੋਂ ਪ੍ਰਾਪਤੀ ਹੋਵੇਗੀ। ਇਸ ਬੱਚੇ ਦਾ ਵੀ ਇਹੀ ਸਵਾਲ ਹੈ। ਵਿਸ਼ਨੂੰ ਜੀ ਨੇ ਆਖਿਆ, ਦੋਵਾਂ ਨੂੰ ਆਖ ਦੇਣਾ, ਜਿਸ ਰੁੱਖ ਥੱਲੇ ਬੈਠੇ ਜੇ, ਜਿੰਨੇ ਨੂੰ ਪੱਤੇ ਲੱਗੇ ਹਨ, ਇੰਨੇ ਜਨਮ ਲੈਣੇ ਪੈਣਗੇ, ਫਿਰ ਪ੍ਰਾਪਤੀ ਹੋਵੇਗੀ। ਨਾਰਦ ਮੁਨੀ ਜੀ ਉਸ ਬੁੱਢੇ ਸਾਧੂ ਦੇ ਕੋਲ ਗਏ ਤੇ ਆਖਣ ਲੱਗੇ, ਸੰਤ ਜੀ, ਭਗਵਾਨ ਨੇ ਤੁਹਾਨੂੰ ਜਵਾਬ ਦਿੱਤਾ ਹੈ। ਆਖਣ ਲੱਗਾ, ਕੀ ਦਿੱਤਾ ਹੈ ਜਵਾਬ? ਆਖਣ ਲੱਗੇ, ਜਿਸ ਰੁੱਖ ਥੱਲੇ ਤੁਸੀਂ ਬੈਠ ਕੇ ਭਗਤੀ ਕਰਦੇ ਪਏ ਹੋ, ਜਿੰਨੇ ਨੂੰ ਪੱਤੇ ਲੱਗੇ ਹਨ, ਇੰਨੇ ਜਨਮ ਤੁਹਾਨੂੰ ਲੈਣੇ ਪੈਣਗੇ, ਫਿਰ ਪ੍ਰਾਪਤੀ ਹੋਵੇਗੀ। ਉਸ ਬੁੱਢੇ ਸਾਧੂ ਨੇ ਕੀ ਕੀਤਾ, ਮਾਲਾ ਵੀ ਤੋੜ ਦਿੱਤੀ, ਕਮੰਡਲ ਜਿਹੜਾ ਸੀ ਘੁਮਾ ਕੇ ਪਰੇ ਮਾਰਿਆ। ਆਖਣ ਲੱਗਾ, ਢੱਠੇ ਖੂਹ ਵਿਕ ਜਾਵੇ ਐਸੀ ਬੰਦਗੀ, ਇੰਨੇ ਜਨਮ ਕਿਹੜਾ ਬੈਠਾ ਰਵੇ, ਕਿਹੜਾ ਬੈਠਾ ਰਵੇ ਇੰਨੇ ਜਨਮ। ਇੱਕ ਛਿੰਦੇ ਵਿੱਚ ਭਗਤੀ ਟੁੱਟ ਗਈ, ਕਿਉਂਕਿ ਇੱਛਾ ਰੱਖ ਕੇ ਭਗਤੀ ਕਰਦਾ ਪਿਆ ਸੀ। ਫਿਰ ਉਸ ਬੱਚੇ ਦੇ ਕੋਲ ਨਾਰਦ ਮੁਨੀ ਜੀ ਗਏ। ਨਾਰਦ ਮੁਨੀ ਜੀ ਨੇ ਬੱਚੇ ਨੂੰ ਆਖਿਆ ਕਿ ਪੁੱਤਰ ਜੀ, ਭਗਵਾਨ ਨੇ ਜਵਾਬ ਦਿੱਤਾ ਹੈ, ਜਿਸ ਰੁੱਖ ਥੱਲੇ ਬੈਠ ਕੇ ਭਗਤੀ ਕਰਦੇ ਪਏ ਹੋ, ਜਿੰਨੇ ਨੂੰ ਪੱਤੇ ਲੱਗੇ ਹਨ, ਇੰਨੇ ਜਨਮ ਲੈਣੇ ਪੈਣਗੇ। ਉਹ ਬੱਚਾ ਬੜਾ ਖੁਸ਼ ਹੋਇਆ, ਉੱਠ ਕੇ ਤੇ ਨੱਚਣ ਲੱਗ ਪਿਆ, ਮਾਲਕ ਦਾ ਸ਼ੁਕਰਾਨਾ ਕੀਤਾ। ਆਖਣ ਲੱਗਾ, ਚਲੋ ਇੰਨੇ ਜਨਮਾਂ ਤੱਕ ਮੈਂ ਉਹਦੀ ਬੰਦਗੀ ਕਰਦਾ ਰਵਾਂਗਾ, ਮੈਨੂੰ ਤੇ ਮੌਕਾ ਦਿੱਤਾ ਹੈ ਭਗਤੀ ਕਰਨ ਦਾ, ਮੈਂ ਉਹਦੀ ਭਗਤੀ ਕਰਕੇ ਤੇ ਭਗਤੀ ਦੀ ਮੌਜ ਮਾਣਾ, ਭਗਤੀ ਵਿੱਚੋਂ ਆਨੰਦ ਲਵਾਂ, ਮਸਤੀ ਮਾਣਾ ਮੈਂ ਉਹਦੀ ਭਗਤੀ ਕਰਕੇ। ਆਪੇ ਮਿਲ ਪਵੇਗਾ ਜਦੋਂ ਉਹਦੀ ਖੁਸ਼ੀ ਹੋਵੇਗੀ। ਮੈਨੂੰ ਆਪਣੀ ਭਗਤੀ ਵਿੱਚ ਲਾ ਲਿਆ ਏ, ਇੰਨਾ ਹੀ ਬੜਾ ਹੈ, ਇੰਨਾ ਹੀ ਬਹੁਤ ਹੈ। ਇਸ ਲਈ ਪ੍ਰਾਪਤੀ ਉਦੋਂ ਹੋਵੇਗੀ ਜਦੋਂ ਅਸੀਂ ਵਾਸ਼ਨਾ ਤੋਂ ਮੁਕਤ ਹੋ ਕੇ ਉਹਦਾ ਨਾਮ ਜਪਾਂਗੇ। ਇਹਨੂੰ ਵਾਸ਼ਨਾ ਆਖਿਆ ਜਾਂਦਾ। ਜਦੋਂ ਇੱਛਾ ਰੱਖ ਕੇ ਅਸੀਂ ਨਾਮ ਜਪਦੇ ਹਾਂ ਨਾ ਕਿ ਸਾਨੂੰ ਆਹ ਮਿਲ ਜਾਵੇ, ਉਹ ਮਿਲ ਜਾਵੇ, ਛੇਤੀ ਪ੍ਰਾਪਤੀ ਹੋਵੇ, ਇਹਨੂੰ ਵਾਸ਼ਨਾ ਆਖਦੇ ਹਨ। ਅਤੇ ਜੇ ਭਗਤੀ ਦੇ ਸਿਮਰਨ ਦੇ ਵਿੱਚ ਵਾਸ਼ਨਾ ਖੜੀ ਹੋ ਗਈ
ਤੇ ਫਿਰ ਉਹ ਤੇ ਰੋੜਾ ਬਣ ਗਿਆ, ਦੀਵਾਰ ਬਣ ਗਈ ਤੇ ਦੀਵਾਰ ਤੇ ਪਰੇ ਕਰਨੀ। ਇਸ ਕਰਕੇ ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਇਸ ਲਈ ਧੰਨ ਗੁਰੂ ਪਿਤਾ ਜੀ ਸਾਨੂੰ ਬਾਣੀ ਵਿੱਚ ਆਖਦੇ ਹਨ ਕਿ ਭਾਈ ਤੁਸੀਂ ਇੱਕ ਓੰਕਾਰ ਨਾਲ, ਸਤਨਾਮ ਦੇ ਨਾਲ, ਵਾਹਿਗੁਰੂ ਨਾਲ ਜੁੜੇ ਰਹੋ। ਤੁਸੀਂ ਜੁੜੇ ਰਹੋਗੇ, ਫਲ ਦੇਣ ਦੀ ਜਿਹੜੀ ਜ਼ਿੰਮੇਵਾਰੀ ਹੈ ਇਹ ਗੁਰੂ ਨਾਨਕ ਸਾਹਿਬ ਦੀ ਜ਼ਿੰਮੇਵਾਰੀ ਹੈ। ਸਿੱਖ ਦਾ ਫਰਜ਼ ਹੈ ਬਸ ਜੁੜਿਆ ਰਵੇ। ਤੇ ਪ੍ਰਾਪਤੀ ਕਦੋਂ ਹੋਵੇਗੀ, ਨਾਦ ਕਦੋਂ ਪ੍ਰਗਟ ਹੋਵੇਗਾ, ਨੂਰ ਕਦੋਂ ਪ੍ਰਗਟ ਹੋਵੇਗਾ, ਇਹ ਗੁਰੂ ਨਾਨਕ ਸਾਹਿਬ ਜਾਣਦੇ ਹਨ। ਇਸ ਲਈ ਧੰਨ ਗੁਰੂ ਪਿਤਾ ਨੇ ਤੇ ਸਾਨੂੰ ਇਹ ਆਖਿਆ ਏ ਕਿ ਓੰਕਾਰ ਨਾਮ ਦੇ ਵਿੱਚ ਇੰਨੀਆਂ ਬਰਕਤਾਂ ਹਨ ਕਿ ਸਾਡੇ ਕੋਲੋਂ ਉਹ ਸੰਭਾਲੀਆਂ ਨਹੀਂ ਜਾਣਗੀਆਂ। ਇੰਨੀਆਂ ਬਰਕਤਾਂ ਓੰਕਾਰ ਦੇ ਵਿੱਚ ਹਨ। ਬਸ ਸਾਡੀ ਲੈਣ ਵਾਲੀ ਸਮਰੱਥਾ ਬਣਨੀ ਚਾਹੀਦੀ ਹੈ। ਅਸੀਂ ਇਸ ਯੋਗ ਹੋ ਜਾਈਏ ਕਿ ਸਹਿਜ ਯੋਗ ਅਪਣਾ ਕੇ ਉਸ ਮਾਲਕ ਦੀ ਪ੍ਰਾਪਤੀ ਕਰੀ। ਆਓ ਸਹਿਜ ਯੋਗ ਦੇ ਨਾਲ ਜੁੜੀਏ, ਸੁਰਤ ਸ਼ਬਦ ਮਾਰਗ ਨਾਲ ਜੁੜ ਕੇ ਸਹੀ ਰਸਤਾ ਅਪਣਾਈਏ, ਜਿਹੜਾ ਇੱਕਦਮ ਸੌਖਾ ਤੇ ਆਸਾਨ ਮਾਰਗ ਹੈ।